शुरुआत ਦੇ ਵਿੱਚ ਜਦੋਂ ਗੱਲਬਾਤ ਹੋਣ ਲੱਗਦੀ ਹੈ ਪ੍ਰਪੋਜ਼ਲ ਤੇ ਗੱਲ ਆ ਜਾਂਦੀ ਹੈ ਕਿ ਪ੍ਰਪੋਜ਼ਲ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਸੀ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੱਦ ਕਰ ਦਿੱਤਾ ਗਿਆ। ਤਾਂ ਫਿਰ ਥੋੜੀ ਦੇਰ ਬਾਅਦ ਤਲਖੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਮਾਹੌਲ ਗਰਮਾ ਜਾਂਦਾ ਮੀਟਿੰਗ ਦੇ ਵਿੱਚ ਤਾਂ ਮੰਤਰੀ ਉੱਠ ਕੇ ਚਲੇ ਜਾਂਦੇ ਨੇ ਤੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਤੁਹਾਨੂੰ ਜਿਹੜੀ ਪ੍ਰਪੋਜ਼ਲ ਦਿੱਤੀ ਹੋਈ ਹੈ ਇਸ ਤੇ ਮੁੜ ਤੋਂ ਵਿਚਾਰ ਕਰ ਲਓ। ਮਤਲਬ ਇਹ ਹੈ ਕਿ ਜਿਹੜੀ ਪਹਿਲਾਂ ਪ੍ਰਪੋਜ਼ਲ ਦਿੱਤੀ ਗਈ ਹੈ 20 ਜਨਵਰੀ ਦੀ ਮੀਟਿੰਗ ਦੇ ਵਿੱਚ ਉਸ ਨੂੰ ਹੀ ਉਸ ਤੇ ਹੀ ਦੁਬਾਰਾ ਸੋਚਣ ਨੂੰ ਕਹਿ ਦਿੱਤਾ ਕਿ ਸਰਕਾਰ ਉਸ ਪ੍ਰਪੋਜ਼ਲ ਤੋਂ ਅੱਗੇ ਨਹੀਂ ਵਧ ਰਹੀ ਹੈਗੀ। ਖੇਤੀ ਕਾਨੂੰਨ ਰੱਦ ਕਰਨ ਦੀ ਦੂਰ ਦੀ ਗੱਲ ਪ੍ਰਪੋਜ਼ਲ ਵੀ ਅੱਗੇ ਨਹੀਂ ਵਧਾਈ ਜਾ ਰਹੀ। ਸਿਰਫ ਜਿਹੜੀ 1.5 ਸਾਲ ਤੇ ਰੋਕ ਵਾਲੀ ਪ੍ਰਪੋਜ਼ਲ ਹੈ ਉਹਦੇ ਤੇ ਹੀ ਸਰਕਾਰ ਖੜੀ ਹੈ। ਬ੍ਰੇਕ ਹੁਣ ਹੋ ਗਈ ਹੈ। ਮੰਤਰੀ ਉੱਠ ਕੇ ਚਲੇ ਗਏ ਨੇ ਮੀਟਿੰਗ ਦੇ ਵਿੱਚੋਂ। ਕਿਸਾਨ ਜਥੇਬੰਦੀਆਂ ਆਪੋ ਆਪਣਾ ਵਿਚਾਰ ਕਰਨ ਲੱਗੀਆਂ ਨੇ। ਤਾਂ ਇਹ ਲੱਗਦਾ ਕੀ ਹੈ ਕਿ ਜਿਹੜਾ ਡੈਡਲੌਕ ਹੈ ਕਦੇ ਟੁੱਟਦਾ ਦਿਖਾਈ ਦਿੰਦਾ, ਹੁਣ ਫਿਰ ਉਹ ਡੈਡਲੌਕ ਬਣਦਾ ਦਿਖਾਈ ਦੇ ਰਿਹਾ ਹੈ। ਦੇਖੋ ਮੀਟਿੰਗ ਸ਼ੁਰੂ ਹੋਈ, ਮੀਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਤਲਖੀ ਹੋਣੀ, ਕਿਉਂਕਿ ਜਾਂ ਤਾਂ ਸਰਕਾਰ ਨੇ ਵੀ ਪੂਰਾ ਮਨ ਇਹ ਬਣਾਇਆ ਹੋਇਆ ਕਿ ਅਸੀਂ ਸਿਰਫ ਪ੍ਰਪੋਜ਼ਲ ਦੇ ਉੱਪਰ ਵਿਚਾਰ ਕਰਨੀ ਆ। ਕਿਉਂਕਿ ਪਿਛਲੀ ਵਾਰੀ ਦੀ ਗੱਲ ਕਰ ਲਈਏ ਤਾਂ ਪਹਿਲੇ ਗੇੜ ਦੇ ਵਿੱਚ ਇਹੀ ਕੁਝ ਹੋਇਆ ਸੀ। ਪਹਿਲੇ ਗੇੜ ਦੇ ਵਿੱਚ ਵੀ ਇਹ ਗੱਲ ਹੋਈ ਕਿ ਅਸੀਂ ਸਿਰਫ ਤੁਹਾਨੂੰ ਸੋਧ ਦੇ ਸਕਦੇ ਹਾਂ, ਅਸੀਂ ਗੱਲਬਾਤ ਕਰ ਸਕਦੇ ਹਾਂ, ਅਸੀਂ ਰੱਦ ਨਹੀਂ ਕਰ ਸਕਦੇ। ਪਰ ਦੂਜੇ ਦੌਰ ਦੀ ਜਦੋਂ ਬੈਠਕ ਸ਼ੁਰੂ ਹੋਈ ਸੀ ਤਾਂ ਉਸ ਦੇ ਵਿੱਚ ਇਹ ਪ੍ਰਪੋਜ਼ਲ ਲਿਆਂਦੀ ਤੇ ਲੱਗਦਾ ਕਿ ਪਹਿਲੀ ਗੇੜ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਇਸੇ ਤਰੀਕੇ ਨਾਲ ਖਾਲੀ ਜਾਊਗੀ। ਦੂਸਰੇ ਪਾਰਟ ਦੇ ਵਿੱਚ ਜੇ ਕੋਈ ਵੱਡਾ ਫੈਸਲਾ ਆ ਸਕਦਾ ਚੀਜ਼ਾਂ ਨੇ ਅਮਨਦੀਪ, ਜਿਸ ਦਿਨ 20 ਜਨਵਰੀ ਨੂੰ ਮੀਟਿੰਗ ਹੁੰਦੀ ਹੈ, ਜਿਹੜਾ ਪਹਿਲਾ ਪਾਰਟ ਹੈ ਜਿਹੜਾ ਲੰਚ ਦੇ ਸਮੇਂ ਤੋਂ ਪਹਿਲਾ ਪਾਰਟ ਉਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਹੈਗਾ। ਫਿਰ ਲੰਚ ਜਿਹੜਾ ਟਾਈਮ ਹੁੰਦਾ ਉਹ ਕਾਫੀ 1 ਘੰਟਾ ਦੀ ਬ੍ਰੇਕ ਹੁੰਦੀ। ਜਦੋਂ ਜਾਣ ਲੱਗਦੇ ਨੇ ਕਿਸਾਨ ਜਥੇਬੰਦੀਆਂ ਐਂਡ ਤੇ ਹੁੰਦੇ ਨੇ ਉਦੋਂ ਪ੍ਰਪੋਜ਼ਲ ਦਿੱਤੀ ਜਾਂਦੀ ਹੈ। ਤੇ ਅੱਜ ਜਿਹੜਾ ਪਰ ਸ਼ੁਰੂਆਤ ਦੇ ਵਿੱਚ ਹੀ ਪਹਿਲਾਂ ਅਸੀਂ ਹਮੇਸ਼ਾ ਜਿਹੜੀਆਂ ਹੁਣ ਤੱਕ 10 ਗੇੜ ਦੀਆਂ ਮੀਟਿੰਗਾਂ ਅਟੈਂਡ ਕਰ ਚੁੱਕੇ ਹਾਂ, ਲਗਾਤਾਰ ਅਸੀਂ ਅਪਡੇਟ ਦਿੰਦੇ ਹਾਂ। ਤਾਂ ਇੰਨੀ ਜਲਦੀ ਤਲਖੀ ਜਿਹੜੀ ਆ ਉਹ ਨਹੀਂ ਹੁੰਦੀ, ਇੰਨੀ ਜਲਦੀ ਬ੍ਰੇਕ ਵੀ ਨਹੀਂ ਹੋਈ। ਇਹ ਫਸਟ ਟਾਈਮ ਹੈ ਕਿ ਸ਼ੁਰੂਆਤ ਦੇ ਨਾਲ ਹੀ ਬ੍ਰੇਕ ਜਿਹੜੀ ਕਿਸਾਨ ਜਥੇਬੰਦੀਆਂ ਦੀ ਹੋ ਚੁੱਕੀ ਹੈ। ਜਿਹੜੀ ਬ੍ਰੇਕ ਹੈ ਹੁਣ ਉਹਦੇ ਵਿੱਚ ਵੀ ਜਿਹੜਾ ਫਿਰ ਤੋਂ ਵਿਚਾਰਨ ਤਾਂ ਕਿਸਾਨ ਜਥੇਬੰਦੀਆਂ ਨਾਲ ਕੱਲ ਦੀ ਆਪਣੀ ਗੱਲ ਚੱਲ ਰਹੀ ਹੈ। ਕੱਲ ਉਹਨਾਂ ਨੇ 32 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ, ਸੰਯੁਕਤ ਮੋਰਚੇ ਨੇ ਮੀਟਿੰਗ ਕੀਤੀ ਹੈ। ਉਸ ਤੋਂ ਬਾਅਦ ਰਾਤ ਨੂੰ ਮੀਡੀਆ ਦੇ ਵੀ ਮੁਖਾਤਬ ਹੋਏ ਨੇ। ਅੱਜ ਸਵੇਰ ਫਿਰ ਗੱਲ ਹੋਈ ਹੈ ਤਾਂ ਉਹ ਕਹਿ ਰਹੇ ਨੇ ਕਿ ਸਾਡਾ ਤਾਂ ਇੱਕੋ ਹੀ ਹੈਗਾ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ। ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਪਰ ਸਰਕਾਰ ਫੇਰ ਕਹਿ ਰਹੀ ਕਿ ਉਸੇ ਪ੍ਰਪੋਜ਼ਲ ਤੇ ਆਵੋ, ਉਸੇ ਪ੍ਰਪੋਜ਼ਲ ਤੇ ਵਿਚਾਰ ਕਰੋ। ਹੁਣ ਵਿਚਾਰ ਕਰਕੇ ਕਿਸਾਨਾਂ ਨੇ ਕੋਈ ਬਦਲਣਾ ਤਾਂ ਹੈ ਨਹੀਂ ਰਣਨੀਤੀ ਜਿਹੜੀ ਹੈ। ਅੰਦਰੋਂ ਇੱਕ ਹੋਰ ਇਨਫੋਰਮੇਸ਼ਨ ਆ ਰਹੀ ਹੈ ਕਿ ਅਗਰਵਾਲ ਜਿਹੜੇ ਸੰਜੇ ਅਗਰਵਾਲ ਨੇ ਉਹਨਾਂ ਨੇ ਤਲਖੀ ਜ਼ਾਹਰ ਕੀਤੀ ਹੈ। ਉਹ ਕਹਿੰਦੇ ਕਿ ਜੇ ਪ੍ਰਸਤਾਵ ਨੂੰ ਰੱਦ ਹੀ ਕਰਨਾ ਸੀ ਤਾਂ ਤੁਸੀਂ ਰਾਤ ਨੂੰ ਕਿਉਂ ਮੀਡੀਆ ਦੇ ਸਾਹਮਣੇ ਇਹ ਗੱਲ ਆਖੀ ਹੈ। ਕਹਿੰਦੇ ਮੀਡੀਆ ਸਾਹਮਣੇ ਨਹੀਂ ਸੀ ਗੱਲ ਕਰਨੀ ਚਾਹੀਦੀ, ਜੇ ਰੱਦ ਕਰਨਾ ਸੀ ਤਾਂ ਤੁਸੀਂ ਸਾਡੇ ਕੋਲ ਆਉਂਦੇ, ਇੱਥੇ ਬਹਿ ਕੇ ਵਿਚਾਰ ਕਰਦੇ। ਇਹ ਅੰਦਰੋਂ ਇਨਫੋਰਮੇਸ਼ਨ ਆ ਰਹੀ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ, ਜਿਸ ਢੰਗ ਦੇ ਨਾਲ ਦੇਖੋ ਉਸ ਦਿਨ ਮਨਦੀਪ ਜਿਹੜੀ ਸੱਚੀ ਗੱਲ ਇਹ ਹੈ, ਜਿਹੜੀ ਅਸਲੀਅਤ ਹੈ ਉਹ ਇਹ ਹੈ ਕਿ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਵੀ, ਹਾਲਾਂਕਿ ਆਗੂ ਸਾਹਮਣੇ ਕੈਮਰੇ ਦੇ ਨਹੀਂ ਇਹ ਗੱਲ ਮੰਨਣ ਨੂੰ ਤਿਆਰ ਹੈਗੇ, ਪਰ ਉਹਦੇ ਵਿੱਚੋਂ ਵੀ 15 ਦੇ ਕਰੀਬ ਜਥੇਬੰਦੀਆਂ ਇਸ ਗੱਲ ਤੇ ਸਹਿਮਤ ਸੀਗੀਆਂ ਕਿ ਹਾਂ ਠੀਕ ਹੈ ਇਹ ਪ੍ਰਪੋਜ਼ਲ ਚੰਗਾ ਹੈ। ਤੇ ਉਸ ਦਿਨ ਜਿਹੜੀ ਬਾਡੀ ਲੈਂਗੁਏਜ ਸੀਗੀ ਤੁਸੀਂ ਵੀ ਦੇਖਿਆ, ਅਸੀਂ ਵੀ ਦੇਖਿਆ, ਦਰਸ਼ਕਾਂ ਨੇ ਵੀ ਦੇਖਿਆ ਕਿ ਥੋੜੇ ਉਹ ਲੱਗ ਰਹੇ ਸੀਗੇ ਕਿ ਲਾਈਟ ਮੂਡ ਦੇ ਵਿੱਚ ਨੇ ਤੇ ਆਪਸ ਦੇ ਵਿੱਚ ਜਿਹੜੀ ਚੰਗੀ ਇੱਕ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ। ਪਰ ਜਦੋਂ ਦੁਬਾਰਾ ਤੋਂ ਮੀਟਿੰਗ ਆਪਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹੋਈ ਤਾਂ ਉਦੋਂ ਪ੍ਰੈਸ਼ਰ ਜ਼ਿਆਦਾ ਇਹ ਬਿਲਡ ਹੋ ਗਿਆ ਕਿ ਇਹ ਕਾਨੂੰਨ ਜਿਹੜੀ ਰੋਕ ਹੈ ਉਹ ਮਨਜ਼ੂਰ ਨਹੀਂ ਹੈਗੀ। ਫਿਰ ਬਾਕੀਆਂ ਨੂੰ ਵੀ ਝੁਕਣਾ ਪਿਆ ਤੇ ਇਸ ਕਰਕੇ ਸਰਕਾਰ ਨੂੰ ਉਦੋਂ ਤੱਕ ਇਹ ਲੱਗਦਾ ਸੀਗਾ ਕਿ ਜਿਹੜੇ ਵੱਡੇ ਆਗੂ ਨੇ ਕਾਫੀ ਉਹਨਾਂ ਦੇ ਵਿੱਚੋਂ ਵੀ ਮੰਨਦੇ ਸੀਗੇ, ਸਰਕਾਰ ਨੂੰ ਇਹ ਜਾਪਣ ਲੱਗ ਗਿਆ ਸੀਗਾ ਕਿ ਮਸਲੇ ਦਾ ਹੱਲ ਅਸੀਂ ਕਰ ਲਿਆ। 1.5 ਸਾਲ ਦੀ ਪ੍ਰਪੋਜ਼ਲ ਅਸੀਂ ਦੇ ਦਿੱਤੀ ਆ ਰੋਕ ਤੇ, 1.5 ਸਾਲ ਤੋਂ ਥੋੜਾ ਹੋਰ ਵਧਾ ਦਾਂਗੇ, 2024 ਤੱਕ ਵੀ ਗੱਲ ਜਾ ਸਕਦੀ ਸੀਗੀ। 3.5 ਸਾਲ ਕਿਉਂਕਿ ਟੈਨਿਓਰ ਜਿਹੜਾ ਰਹਿਦਾ ਸਭ ਨੂੰ ਪਤਾ ਹੈ 2024 ਤੱਕ ਦਾ ਹੀ ਹੈ। ਤਾਂ ਹੁਣ ਸਰਕਾਰ ਨੂੰ ਜਦੋਂ ਇਹ ਲੱਗਣ ਲੱਗ ਗਿਆ ਕਿ ਇਸ ਤੇ ਵੀ ਨਹੀਂ ਆ ਰਹੇ ਤਾਂ ਸਰਕਾਰ ਨੂੰ ਇਹ ਲੱਗਦਾ ਕਿ ਸਭ ਤੋਂ ਵੱਡਾ ਪ੍ਰਪੋਜ਼ਲ ਇਹੀ ਸੀਗਾ। ਕਿਉਂਕਿ ਸਰਕਾਰ ਪਹਿਲੇ ਦਿਨ ਤੋਂ ਕਹਿ ਰਹੀ ਹੈ, ਕੇਂਦਰੀ ਮੰਤਰੀ ਪਹਿਲੇ ਦਿਨ ਤੋਂ ਕਹਿ ਰਹੇ ਨੇ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰ ਸਕਦੇ। ਵਾਰ-ਵਾਰ ਬਿਆਨ ਜਿਹੜੇ ਚਾਹੇ ਕੈਲਾਸ਼ ਚੌਧਰੀ ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਚਾਹੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਚਾਹੇ ਕਿਸੇ ਦਾ ਵੀ ਬਿਆਨ ਆਵੇ ਤਾਂ ਵਾਰ-ਵਾਰ ਕਹਿੰਦੇ ਨੇ ਕਿ ਖੇਤੀ ਕਾਨੂੰਨ ਰੱਦ ਨਹੀਂ ਕਰਨੇ। ਤਾਂ ਇੱਕ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਵਿਚਲਾ ਰਾਹ ਕੇ ਰੋਕ ਲਾਤੀ। ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ 2 ਮਹੀਨੇ ਦੀ ਰੋਕ ਸੀਗੀ, ਉਹਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ। ਫਿਰ ਉਹ ਰੋਕ ਜਿਹੜੀ ਆ ਉਹ ਸਾਲ ਤੋਂ ਹੁੰਦੀ ਹੋਈ 1.5 ਸਾਲ ਤੱਕ ਪਹੁੰਚ ਗਈ। ਹੁਣ ਉਹਨੂੰ ਵੀ ਨਾ ਮਨਜ਼ੂਰ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਕਹਿ ਚੁੱਕੇ ਨੇ ਕਿ ਰੋਕ ਵਾਲੀ ਅਸੀਂ ਗੱਲ ਮਨਜ਼ੂਰ ਹੀ ਨਹੀਂ ਕਰਨੀ, ਚਾਹੇ ਸਾਲ ਵਾਲੀ ਹੋਵੇ, 2 ਸਾਲ ਵਾਲੀ ਹੋਵੇ, 3 ਸਾਲ ਵਾਲੀ ਹੋਵੇ। ਇਸ ਤੇ ਸਰਕਾਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਅੰਦਰੋਂ ਖਬਰ ਜਿਹੜੀ ਆ ਰਹੀ ਹੈ ਕਿ ਨਾਖੁਸ਼ ਨੇ ਕਿ ਮੀਡੀਆ ਦੇ ਵਿੱਚ ਕਿਉਂ ਜਾਂਦੇ ਹੋ, ਇੱਥੇ ਬੈਠ ਕੇ ਟੇਬਲ ਟਾਕ ਕਰਦੇ, ਅਸੀਂ ਸ਼ਾਇਦ ਪ੍ਰਪੋਜ਼ਲ ਤੇ ਕੁਝ ਹੋਰ ਅੱਗੇ ਵਧਾ ਦਿੰਦੇ। ਇਹ ਇੱਕ ਵੱਡੀ ਗੱਲ ਹੈ ਕਿ ਅੰਦਰ ਸੰਜੇ ਅਗਰਵਾਲ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਤੁਸੀਂ ਮੀਡੀਆ ਸਾਹਮਣੇ ਕਿਉਂ ਗਏ, ਮੀਡੀਆ ਸਾਹਮਣੇ ਨਹੀਂ ਸੀ ਜਾਣਾ ਚਾਹੀਦਾ। ਤੁਸੀਂ ਸਾਨੂੰ ਦੱਸ ਦਿਓ ਜੇ ਪ੍ਰਪੋਜ਼ਲ ਨਹੀਂ ਸੀ ਮਨਜ਼ੂਰ ਤਾਂ ਸਾਡੇ ਕੋਲ ਆ ਕੇ, ਕਿਉਂਕਿ ਇੱਕ ਦਿਨ ਬਾਅਦ ਹੀ ਰਾਤੀ ਬਲਬੀਰ ਰਾਜੇਵਾਲ ਹੋਣਾ ਨੇ ਮੀਡੀਆ ਸਾਹਮਣੇ ਬਿਆਨ ਦਿੱਤੇ ਆ ਅਤੇ ਅਗਲੇ ਦਿਨ ਹੀ ਇਹ ਮੀਟਿੰਗ ਜਿਹੜੀ ਹੋਣੀ ਸੀ ਤਾਂ ਇਸ ਚੀਜ਼ ਦਾ ਜਿਹੜਾ ਵਾ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਤਲਖੀ ਜ਼ਾਹਰ ਕੀਤੀ ਹੈ ਕਿ ਤੁਹਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਪਰ ਜੀ
ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ, ਕਿਉਂਕਿ ਜਿਹੜੀ ਗੱਲ ਹੋਈ ਹੈ ਕੱਲ, ਕਿਉਂਕਿ ਪਰਸੋਂ ਜਾਪਦਾ ਸੀਗਾ ਕਿ ਇਸ ਗੱਲ ਤੇ ਸਹਿਮਤੀ ਬਣਦੀ ਨਜ਼ਰ ਆਊਗੀ। ਉਸ ਤੋਂ ਬਾਅਦ ਜਿਹੜਾ ਕੱਲ ਦਾ ਦਿਨ ਸੀਗਾ ਉਹਦੇ ਵਿੱਚ ਬਹੁਤ ਕੁਝ ਹੋਇਆ। ਉਹਦੇ ਵਿੱਚ ਸਰਵੇਜ਼ ਹੋਏ, ਜਿਹੜੇ ਟਰਾਲੀ ਟੂ ਟਰਾਲੀ ਕੀਤੇ ਗਏ, ਜਿੰਨੇ ਲੋਕ ਇੱਥੇ ਬੈਠੇ ਸੀਗੇ ਉਹਨਾਂ ਦੀ ਰਾਏ ਜਾਣੀ ਗਈ। ਇੰਟਰਨੈਟ ਫੇਸਬੁੱਕ ਤੇ ਕੁਐਸਚਨ ਪਾ ਕੇ ਰਾਏ ਜਾਣੀ ਗਈ। ਲੋਕ ਜਿਹੜੇ NRIs ਨੇ ਉਹਨਾਂ ਦੀ ਰਾਏ ਜਾਣੀ ਗਈ। ਵੱਡੇ ਪੱਧਰ ਤੇ ਜਿਹੜੀ ਰਾਏ ਬਣੀ ਉਹ ਸੀਗਾ ਕਿ ਖੇਤੀ ਕਾਨੂੰਨ ਰੱਦ ਹੀ ਕਰਵਾਉਣੇ ਨੇ, ਕਿਉਂਕਿ ਇਹ ਜਿਹੜਾ ਜਾਪ ਰਿਹਾ ਹੈ, ਲੋਕਾਂ ਦਾ ਪ੍ਰੈਸ਼ਰ ਹੈਗਾ ਇਹ ਕਿਸਾਨ ਆਗੂਆਂ ਤੇ ਵੀ। ਜਿਹੜਾ ਕਿਸਾਨ ਆਗੂਆਂ ਦੀ ਨਾ ਵੀ ਆ, ਕਿਤੇ ਨਾ ਕਿਤੇ ਲੋਕਾਂ ਦਾ ਬਹੁਤ ਵੱਡਾ ਪ੍ਰੈਸ਼ਰ ਹੈ, ਕਿਉਂਕਿ ਸਾਰਿਆਂ ਨੂੰ ਇੱਕ ਗੱਲ ਇਹ ਲੱਗਦੀ ਹੈ ਕਿ ਇਹ ਜਿਹੜੇ ਖੇਤੀ ਕਾਨੂੰਨ ਵਾਲੀ ਗੱਲ ਹੈ, ਜਿਸ ਢੰਗ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਰੱਦ ਕਰਵਾਉਣ ਤੋਂ ਬਿਨਾਂ ਹੱਲ ਨਹੀਂ, ਕਿਉਂਕਿ ਸਰਕਾਰਾਂ ਤੇ ਬਹੁਤ ਵਾਰ ਹੁੰਦਾ ਏ ਕਿ ਮੁੱਕਰ ਜਾਂਦੀਆਂ ਨੇ, ਕਈ ਵਾਰੀ ਸਰਕਾਰਾਂ ਯੂ ਟਰਨ ਲੈ ਜਾਂਦੀਆਂ ਨੇ। ਹਾਲਾਂਕਿ ਐਫੀਡੈਵਿਟ ਦਾਇਰ ਕਰਨ ਦੀ ਗੱਲ ਜ਼ਰੂਰ ਹੋਈ ਸੀਗੀ, ਪਰ ਸਰਕਾਰਾਂ ਤੇ ਵਿਸ਼ਵਾਸ ਨਹੀਂ ਹੈਗਾ। ਬਹੁਤ ਸਾਰੇ ਆਗੂਆਂ ਨਾਲ ਸਾਡੀ ਵੀ ਗੱਲ ਹੋਈ ਹੈ, ਉਹ ਕਹਿੰਦੇ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਜੇ ਕਿਸੇ ਬੰਦੇ ਨੂੰ ਫਾਂਸੀ ਤੇ ਲਟਕਾਉਣਾ ਹੋਵੇ, ਜੇ ਕਿਸੇ ਨੂੰ 1 ਸਾਲ ਦਾ ਹੋਰ ਸਮਾਂ ਦੇ ਦਿੱਤਾ ਜਾਵੇ ਤਾਂ ਇਹ ਕੋਈ ਪ੍ਰੋਪਰ ਹੱਲ ਨਹੀਂ ਹੈਗਾ। ਮਰਨਾ ਤਾਂ 1 ਸਾਲ ਬਾਅਦ ਹੈ, ਜੇ 1.5 ਸਾਲ ਦਾ ਦੇ ਦਿੱਤਾ ਜਾਵੇ ਇਹ ਕੋਈ ਨਿਆਂ ਥੋੜ੍ਹਾ ਹੈ। ਤੁਹਾਡੇ ਸੋਰਸਸ ਨੇ ਅੰਦਰ ਕੱਲ ਦੱਸਿਆ ਸੀਗਾ ਕਿ 15 ਤੇ 17 ਦੀ ਰਾਏ ਬਣੀ ਆ। 15 ਕਹਿੰਦੇ ਆ ਕਿ ਚਲੋ ਆਪਾਂ ਇਸ ਤੇ ਵਿਚਾਰ ਕਰ ਲਈਏ, 17 ਕਹਿੰਦੇ ਕਿ ਨਹੀਂ ਅਸੀਂ ਸਹਿਮਤ ਨਹੀਂ ਆ। ਤਾਂ ਦੂਸਰੇ ਪਾਸੇ ਤੁਸੀਂ ਇਹ ਵੀ ਗੱਲ ਕੀਤੀ ਕਿ ਟਰਾਲੀ ਟੂ ਟਰਾਲੀ ਜਾ ਕੇ ਸਰਵੇ ਕੀਤਾ, ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਗਿਆ। ਕੀ ਲੱਗਦਾ ਨਹੀਂ ਕਿ ਕਿਤੇ ਉਹ ਵੀ ਦਬਾਅ ਆ, ਲੋਕਾਂ ਦਾ ਜ਼ਿਆਦਾ ਦਬਾਅ ਆ? ਕਿਉਂਕਿ ਟਰਾਲੀ ਟੂ ਟਰਾਲੀ ਵੀ ਜਾ ਕੇ ਇਹਨਾਂ ਨੇ ਕੀਤਾ, ਥੱਲੇ ਆਪਾਂ ਵੀ ਕੋਈ ਪ੍ਰੋਗਰਾਮ ਕੀਤਾ ਕੱਲ ਦਾ, ਨੋ ਨੋ ਨੋਟ, ਸਾਰਾ ਇਹੀ ਕਮੈਂਟ ਆਏ। ਲੱਗਦਾ ਨਹੀਂ ਕਿ ਉਹ ਵੀ ਦਬਾਅ ਹੈਗਾ ਕਿਸਾਨਾਂ ਦਾ? ਉਹੀ ਗੱਲ ਹੈ, ਲੋਕਾਂ ਦਾ ਵੱਡਾ ਦਬਾਅ ਹੈ। ਯੂਨੀਅਨ ਆਗੂ ਜਿਹੜੇ ਨੇ ਹੋਰ ਤਰੀਕੇ ਨਾਲ ਸੋਚਦੇ ਨੇ, ਕੁਝ ਆਗੂ ਇਸ ਢੰਗ ਨਾਲ ਸੋਚਦੇ ਨੇ ਕਿ 26 ਜਨਵਰੀ ਵੱਡਾ ਦਿਨ ਹੈ, ਉਹ ਤੋਂ ਬਾਅਦ ਸਾਨੂੰ ਲੰਮਾ ਕਰਨਾ ਪੈਣਾ ਇਸ ਘੋਲ ਨੂੰ। ਉਹ ਆਪ ਇਹ ਗੱਲ ਮੰਨਦੇ ਨੇ ਕਿ ਜੇ 26 ਜਨਵਰੀ ਲੰਘਦੀ ਹੈ, ਫਿਰ ਫਰਵਰੀ, ਮਾਰਚ, ਅਪ੍ਰੈਲ, ਵਿਸਾਖੀ ਤੱਕ ਵਾਲੀ ਗੱਲ ਹੋ ਜਾਂਦੀ ਹੈ। ਉਹਦੇ ਵਿਚਕਾਰ ਅੱਗੇ ਗਰਮੀ ਦਾ ਮੌਸਮ ਵੀ ਆਉਣਾ, ਉਹਦੇ ਵਿਚਕਾਰ ਅੱਗੇ ਕਣਕਾਂ ਦੀ ਵਾਢੀ ਵੀ ਆਉਣੀ ਹੈ, ਲੋਕਾਂ ਨੇ ਕੰਮਕਾਰ ਵੀ ਆਪਣੇ ਦੇਖਣੇ ਨੇ। 2 ਮਹੀਨੇ ਦਾ ਸਮਾਂ ਹੋ ਗਿਆ। ਕੁਝ ਆਗੂ ਇਸ ਤਰ੍ਹਾਂ ਸੋਚਦੇ ਨੇ। ਇੱਕ ਆਗੂ ਇਹ ਵੀ ਸੋਚਦੇ ਨੇ ਕਿ ਜੇ ਟਕਰਾਅ ਕੋਈ ਹੁੰਦਾ ਹੈ, ਉਹਦੇ ਬਾਅਦ ਚੋਂ ਅੰਦੋਲਨ ਖਿੰਡਪੁਣ ਜਾਂਦੇ ਹੁੰਦੇ ਨੇ ਜਦੋਂ ਹਿੰਸਕ ਹੋ ਗਿਆ। ਹਿੰਸਕ ਹੋਣ ਤੋਂ ਵੀ ਬਚਾਉਣਾ ਚਾਹੁੰਦੇ ਨੇ। ਰਾਜੇਵਾਲ ਸਾਹਿਬ ਬਾਰ-ਬਾਰ ਕਹਿ ਰਹੇ ਨੇ ਕਿ ਮਾਮਾ ਦੇ ਜਿਹੜੇ ਪੁੱਤ ਮਰਵਾ ਕੇ ਰਾਜਨੀਤੀ ਨਹੀਂ ਅਸੀਂ ਕਰਨਾ ਚਾਹੁੰਦੇ ਹੈਗੇ। ਤਾਂ ਉਹ ਆਗੂ ਇਸ ਢੰਗ ਨਾਲ ਸੋਚਦੇ ਨੇ ਕਿ ਇਹ ਪੀਸਫੁਲੀ ਜਿਹੜਾ ਇਹ ਅਸੀਂ ਸਮੇਟ ਲਈਏ ਤੇ ਕੋਈ ਹੱਲ ਵੀ ਕੱਢ ਕੇ ਲੈ ਜਾਈਏ। ਤਾਂ ਜਿਸ ਢੰਗ ਦੇ ਨਾਲ ਪਰ ਲੋਕਾਂ ਦਾ ਪ੍ਰੈਸ਼ਰ ਹੈ ਉਹ ਹੋਰ ਢੰਗ ਦਾ। ਮਨਦੀਪ ਤੁਸੀਂ ਦੇਖੋ ਕਿ ਪਹਿਲਾਂ ਹਰਿਆਣਾ ਦੇ ਵਿੱਚੋਂ ਆਪਾਂ ਨੂੰ ਰੋਕਿਆ ਗਿਆ, ਸਾਰੇ ਲੋਕ ਜਦੋਂ ਆਏ ਬੈਰੀਕੇਡ ਲੱਗੇ, ਟਕਰਾਅ ਹੋਇਆ, ਬਹੁਤ ਕੁਝ ਹੋਇਆ। ਤਾਂ ਹੁਣ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਐਂਟਰ ਕਰਨਾ, ਇਹ ਗੱਲ ਤੈਅ ਹੈ ਕਿ ਐਂਟਰ ਹੋ ਜਾਊਗਾ, ਪਰ ਜੇ ਰੋਕਣਗੇ ਤਾਂ ਨੁਕਸਾਨ ਹੋ ਸਕਦਾ, ਟਕਰਾਅ ਹੋ ਸਕਦਾ। ਇਹ ਜਿਹੜੇ ਖਦਸ਼ੇ ਨੇ, ਇਹ ਗੜਬੜੀ ਹੈ ਜਿਹੜੀ, ਚਾਹੇ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਪੀਸਫੁਲੀ ਹਾਂ, ਪਰ ਉਹ ਇਹ ਖਦਸ਼ੇ ਵੀ ਜ਼ਾਹਰ ਕਰ ਰਹੇ ਨੇ ਕਿ ਜੇ ਅੰਦੋਲਨ ਦੇ ਵਿੱਚ ਗੜਬੜ ਹੁੰਦੀ ਹੈ ਤਾਂ ਉਹ ਸਰਕਾਰ ਦੀ ਕੋਈ ਸਾਜ਼ਿਸ਼ ਹੋ ਸਕਦੀ ਹੈ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਪਰ ਜਿਸ ਢੰਗ ਦੇ ਨਾਲ ਜਿਹੜੀ ਇਹ ਹੁਣ 15 ਮਿੰਟ ਬਾਅਦ ਹੀ, ਜਿਹੜੀ 20 ਮਿੰਟ ਬਾਅਦ ਹੀ ਬ੍ਰੇਕ ਹੋ ਗਈ ਹੈ, ਤਲਖੀ ਹੋਈ ਹੈ ਆਪਸ ਦੇ ਵਿੱਚ ਕਿ ਤੁਸੀਂ ਇਸੇ ਪ੍ਰਪੋਜ਼ਲ ਤੇ ਹੀ ਵਿਚਾਰ ਕਰੋ, ਤਾਂ ਇਹ ਰੁੱਖ ਜਿਹੜਾ ਹਾਲੇ ਸਰਕਾਰ ਦਾ ਲੱਗਦਾ ਕਿ ਇੱਕ ਪੁਆਇੰਟ ਇੱਕ ਦਾ ਇਹ ਵੀ ਖੇਡਣਾ ਚਾਹੁੰਦੇ ਨੇ ਕਿ ਸ਼ਾਇਦ ਜਦੋਂ ਸਰਕਾਰ ਇਸ ਗੱਲ ਤੇ ਆਉਂਦੀ ਹੈ ਕਿ ਤੁਸੀਂ ਇਸੇ ਪ੍ਰਪੋਜ਼ਲ ਤੇ ਗੱਲ ਕਰੋ, ਕਿ ਸ਼ਾਇਦ ਕਿਸਾਨ ਥੋੜਾ ਪਿੱਛੇ ਹੋ ਜਾਣ, ਬੈਕਫੁੱਟ ਤੇ ਹੋਣ, ਥੋੜਾ ਜਿਹਾ ਉਹ ਖੇਤੀ ਕਾਨੂੰਨ ਰੱਦ ਕਰਨ ਵਾਲੀ ਗੱਲ ਤੇ ਥੋੜਾ ਪਿੱਛੇ ਹਟਣ। ਤੁਹਾਨੂੰ ਲੱਗਦਾ ਕਿ ਜਦੋਂ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਦੋਂ ਇਹ ਚਰਚਾ ਹੋ ਰਹੀ ਸੀ ਕਿ ਸੋਧ ਅਤੇ ਰੱਦ ਦਾ ਸ਼ਬਦ ਕੱਢ ਕੇ ਅਸੀਂ ਇਹਨਾਂ 2 ਸ਼ਬਦਾਂ ਨੂੰ ਛੱਡ ਕੇ ਤੇ ਕੋਈ ਤੀਜਾ ਸ਼ਬਦ ਲੱਭਿਆ ਜਾਵੇ, ਤਾਂ ਰੋਕ ਸ਼ਬਦ ਲੱਭ ਲਿਆ ਸੀ ਕਿਤੇ ਨਾ ਕਿਤੇ ਸਰਕਾਰ ਨੇ, ਤਾਂ ਹੁਣ ਉਹ ਵੀ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਤਾਂ ਕਿਸਾਨ ਇਸ ਚੀਜ਼ ਤੇ ਉੱਪਰ ਅੜੇ ਹੋਏ, ਕਿਉਂਕਿ ਦਬਾਅ ਜਿਹੜਾ ਵਾ ਅੰਦੋਲਨ ਦਾ ਜ਼ਿਆਦਾ ਦਬਾਅ ਆ, ਲੋਕਾਂ ਦਾ ਜ਼ਿਆਦਾ ਦਬਾਅ, ਕਿਸਾਨੀ ਦਾ ਜ਼ਿਆਦਾ ਦਬਾਅ ਆ। ਤਾਂ ਤੁਹਾਨੂੰ ਲੱਗਦਾ ਕਿ ਹੁਣ ਉਸ ਚੀਜ਼ ਦੇ ਦਬਾਅ ਹੇਠ ਆ ਕੇ ਇਹ ਸਭ ਕੁਝ ਹੋ ਰਿਹਾ ਹੈ, ਤਾਂ ਜਿਹੜਾ ਰੋਕ ਸ਼ਬਦ ਹੈ ਜਿਹੜਾ ਨਵਾਂ ਲੱਭਿਆ ਤਾਂ ਉਹਦੇ ਤੇ ਵੀ ਹੁਣ ਥੋੜਾ ਜਿਹਾ ਜਿਹੜਾ ਵਾ ਉਹ ਪ੍ਰੈਸ਼ਨ ਚਿੰਨ੍ਹ ਲੱਗ ਰਿਹਾ ਹੈ, ਕਿਉਂਕਿ ਹੁਣ ਰੱਦ ਦੀ ਹੀ ਗੱਲ ਹੋ ਰਹੀ ਹੈ। ਦੇਖੋ ਇਹ ਤਾਂ ਮਨ ਬਣਾ ਕੇ ਆਏ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਕਿ ਹੁਣ ਸਾਨੂੰ ਇਹੀ ਗੱਲ, ਕਿਉਂਕਿ ਜਦੋਂ ਬਹੁਤ ਸੰਮਤੀ ਬਣ ਗਈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਿ ਅਸੀਂ ਇਸੇ ਗੱਲ ਤੇ ਆ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਇਸ ਤੋਂ ਘੱਟ ਕੁਝ ਨਹੀਂ। ਕਿਉਂਕਿ ਅੱਗੇ ਜਿਹੜਾ ਇਹ ਉਹ ਪਾਰਲੀਮੈਂਟ ਦਾ ਸੈਸ਼ਨ ਵੀ ਆ ਰਿਹਾ, ਉਹਨਾਂ ਨੂੰ ਲੱਗਦਾ ਕਿ ਜੇ 26 ਜਨਵਰੀ ਲੰਘਦੀ ਵੀ ਹੈ ਤਾਂ ਪਾਰਲੀਮੈਂਟ ਸੈਸ਼ਨ ਦੇ ਉੱਤੇ ਵੀ ਦਬਾਅ ਹੋਊਗਾ ਸਰਕਾਰ ਦਾ, 1 ਮਹੀਨਾ ਬਜਟ ਸੈਸ਼ਨ ਜਿਹੜਾ ਚੱਲਣਾ। ਦੂਜੀ ਗੱਲ ਇੱਕ ਹੋਰ ਵੀ ਸਾਹਮਣੇ ਆਈ ਹੈ ਮਨਦੀਪ, ਕਿ ਉਹਨਾਂ ਨੇ ਆਪਣੇ ਕਾਡਰ ਨੂੰ ਪੁੱਛਿਆ, ਜਿਹੜੇ ਜਥੇਬੰਦੀਆਂ ਦੇ ਆਗੂ ਨੇ, ਬਈ ਜੇ ਹੁਣ ਆਪਾਂ ਬੈਠਦੇ ਹਾਂ ਤਾਂ ਸਾਨੂੰ ਹੋਰ ਲੰਮਾ ਸਮਾਂ ਇਹ ਘੋਲ ਲੜਨਾ ਪੈ ਸਕਦਾ, ਕੀ ਤੁਸੀਂ ਤਿਆਰ ਹੋ? ਕਿਉਂਕਿ ਬਹੁਤ ਸਾਰੇ ਆਗੂਆਂ ਨਾਲ ਸਾਡੀ ਗੱਲ ਹੁੰਦੀ ਹੈ, ਤਾਂ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਤਿਆਰ ਹਾਂ ਵੀ, ਕਿਉਂਕਿ ਅੱਜ ਕੱਲ ਪਿੰਡਾਂ ਦੇ ਵਿੱਚ ਭਾਈਚਾਰਾ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਆਗੂ ਇੱਥੇ ਨੇ ਪਿੱਛੇ ਉਹਨਾਂ ਦੀ ਫਸਲਾਂ ਦੀ ਪਾਣੀ ਲਾਉਣਾ, ਹੋਰ ਕੁਝ ਕਰਨਾ, ਉਹ ਸਾਰੇ ਲੋਕ ਆਪਸ 'ਚ ਸਾਂਭੀ ਜਾਂਦੇ ਨੇ। ਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਜਦੋਂ ਹੁਣ ਵਾਢੀ ਦਾ ਸੀਜ਼ਨ ਵੀ ਆਊਗਾ, ਟਰੈਕਟਰ ਭਾਵੇਂ ਇੱਥੇ ਪਹੁੰਚੇ ਹੋਏ ਨੇ, ਟਰਾਲੀਆਂ ਭਾਵੇਂ ਇੱਥੇ ਪਹੁੰਚੀਆਂ ਹੋਈਆਂ ਨੇ, ਅਸੀਂ ਐਵੇਂ ਹੀ ਭਾਈਚਾਰਕ ਰੂਪ ਦੇ ਵਿੱਚ ਹੀ ਆਪਸ ਦੇ ਵਿੱਚ ਕੰਮ ਸਾਰ ਲਾਂਗੇ ਕਿ ਅੱਜ ਤੁਹਾਡੀ ਕਣਕ ਵੱਢਤੀ, 10 ਬੰਦਿਆਂ ਨੇ ਕੱਲ ਨੂੰ ਦੂਜੇ ਟਰੈਕਟਰ ਦੂਜੇ ਪਾਸੇ ਯੂਜ਼ ਕਰ ਲਿਆ। ਇਸ ਢੰਗ ਦੀ ਜਿਹੜੀ ਹੁਣ ਆਪਸ ਦੇ ਵਿੱਚ ਭਾਈਚਾਰਾ ਕਾਇਮ ਹੋ ਰਿਹਾ, ਇਸ ਕਰਕੇ ਸੰਘਰਸ਼ ਜਿਹੜਾ ਉਹ ਲੰਬਾ ਲੜਨ ਲਈ ਵੀ ਤਿਆਰ ਨੇ।
ਵੀਰ ਹੋਰ ਇਨਫੋਰਮੇਸ਼ਨ ਆ ਰਹੀ ਕਹਿੰਦੇ 25 ਮਿੰਟ ਹੋ ਗਏ ਨੇ ਵੱਖਰੇ ਮੰਤਰੀ ਵੱਖਰੇ ਮੀਟਿੰਗ ਕਰ ਰਹੇ ਨੇ ਤੇ ਕਿਸਾਨ ਆਪਸ ਦੇ ਵਿੱਚ ਵੱਖਰੀ ਕਰ ਰਹੇ ਨੇ ਜਿਹੜੀ ਚੀਜ਼ ਦੇ ਉੱਪਰ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਉਹ ਅਜੇ ਵੀ ਬਰਕਰਾਰ ਹੈ 25 ਮਿੰਟ ਹੋ ਗਏ ਨੇ 25 ਮਿੰਟ ਦਾ ਬਹੁਤ ਵੱਡਾ ਮਤਲਬ ਹੈ ਅੱਜ ਦੇ ਦਿਨ ਦੇ ਵਿੱਚ ਕਿਉਂਕਿ 26 ਤਰੀਕ ਦਾ ਬਹੁਤ ਵੱਡਾ ਪ੍ਰੈਸ਼ਰ ਹੈ ਤੇ 25 ਮਿੰਟ ਹੋ ਗਏ ਨੇ ਕਿ ਅਜੇ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਨੇ ਇਸ ਨੂੰ ਕਿਸ ਤਰੀਕੇ ਨਾਲ ਵਾਚੀਏ ਦੋ ਚੀਜ਼ਾਂ ਨੇ ਮਨਦੀਪ ਇਹਦੇ ਵਿੱਚ ਇੱਕ ਤਾਂ ਇਹਦੇ ਵਿੱਚ ਇਹ ਹੈ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿਸਾਨ ਜਥੇਬੰਦੀਆਂ ਤੇ ਕਿ ਸਰਕਾਰ ਇੱਥੇ ਤੱਕ ਹੀ ਜਾ ਸਕਦੀ ਹੈ ਸਰਕਾਰ ਇਹ ਤੋਂ ਅੱਗੇ ਨਹੀਂ ਜਾ ਸਕਦੀ ਹੈਗੀ ਸਰਕਾਰ ਇਸ ਲਾਈਨ ਤੋਂ ਅੱਗੇ ਨਹੀਂ ਜਾ ਸਕਦੀ ਸਰਕਾਰ ਦੀ ਇਹ ਮਤਲਬ ਐਟ ਦਾ ਐਂਡ ਵਾਲੀ ਜਿਹੜੀ ਹੈਗੀ ਆ ਵੱਧ ਤੋਂ ਵੱਧ ਵੱਡੀ ਪ੍ਰਪੋਜ਼ਲ ਇਹੀ ਦੇ ਸਕਦੀ ਹੈ ਇੱਕ ਤਾਂ ਇਹਦੇ ਗੱਲ ਇਹ ਸਾਫ਼ ਹੁੰਦੀ ਹੈ ਇਹਦੇ ਨਾਲ ਇੱਕ ਇਹ ਹੈ ਕਿ ਇੰਨਾ ਕੁ ਪ੍ਰੈਸ਼ਰ ਬਣਾ ਕੇ ਸਰਕਾਰ ਜਿਹੜੀ ਆ ਦੂਜੇ ਜਦੋਂ ਰਾਊਂਡ ਦੀ ਮੀਟਿੰਗ ਸ਼ੁਰੂ ਹੋਊਗੀ ਉਹਦੇ ਵਿੱਚ ਇਹ ਕਹਿ ਸਕਦੀ ਹੈ ਕਿ ਠੀਕ ਹੈ ਤੁਹਾਡੀ ਗੱਲ ਥੋੜੀ ਹੋਰ ਵਧਾ ਲੈਂਦੇ ਆ ਕਿ 1.5 ਸਾਲ ਦੀ ਬਜਾਏ ਅਸੀਂ 3 ਸਾਲ ਤੱਕ ਆ ਜਾਂਦੇ ਆ ਤਾਂ ਇਹ ਕਿਸਾਨਾਂ ਨੂੰ ਲੱਗੂਗਾ ਕਿ ਹਾਂ ਇਹ ਸਰਕਾਰ ਅੱਗੇ ਵਧੀ ਹੈ ਤਾਂ ਸਰਕਾਰ ਇਹ ਵੀ ਕਹਿਣ 'ਚ ਜਾਊਗੀ ਕਿ ਹਾਂ ਅਸੀਂ ਅੱਗੇ ਵਧੇ ਆ ਪਰ ਜਦੋਂ ਇਹ ਸਾਰੀ ਗੱਲਾਂ ਮੀਡੀਆ ਦੇ ਵਿੱਚ ਆਉਣਗੀਆਂ ਕਿ ਅਸੀਂ 1.5 ਸਾਲ ਦੀ ਬਜਾਏ 3 ਸਾਲ ਤਾਂ ਇੱਕ ਮੈਸੇਜ ਜਾਊਗਾ ਕਿ ਕਿਸਾਨ ਅੜੇ ਹੋਏ ਨੇ ਸਰਕਾਰ ਨਹੀਂ ਅੜੀ ਹੋਈ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਸਰਕਾਰ ਏਜੰਡਾ ਤਾਂ ਨਹੀਂ ਬਣਾ ਲੂਗੀ ਕਿ ਅਸੀਂ ਅੱਗੇ ਵਧ ਰਹੇ ਹਾਂ ਕਿਸਾਨ ਉਸੇ ਜਗ੍ਹਾ ਦੇ ਉੱਪਰ ਖੜੇ ਆ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਅੱਗੇ ਆਉਣਾ ਚਾਹੀਦਾ ਵਾ ਇਹ ਏਜੰਡਾ ਬਣ ਸਕਦਾ ਗੱਲ ਤਾਂ ਵਾਰ-ਵਾਰ ਹੋ ਰਹੀ ਹੈ ਸਰਕਾਰ ਜਿਹੜੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਹਨਾਂ ਨੇ ਮੀਡੀਆ ਦੇ ਅੱਗੇ ਆ ਕੇ ਬਿਆਨ ਦਿੱਤਾ ਸੀਗਾ ਕਿ ਸਰਕਾਰ ਨਹੀਂ ਸਰਕਾਰ ਜਿਹੜੀ ਆ ਉਹ ਝੁਕ ਰਹੀ ਹੈ ਸਰਕਾਰ ਅੱਗੇ ਵਧ ਰਹੀ ਹੈ 2 ਕਦਮ ਪਰ ਕਿਸਾਨ ਅੜੇ ਹੋਏ ਨੇ ਕਿਸਾਨ ਜ਼ਿੱਦ ਤੇ ਅੜੇ ਹੋਏ ਨੇ ਉਹ ਇਹੀ ਗੱਲ ਉਹ ਮੈਸੇਜ ਜਿਹੜਾ ਵਾਰ-ਵਾਰ ਜਿਹੜੀਆਂ ਮੀਟਿੰਗਾਂ ਹੋਣਾ ਤੇ ਉਹਨਾਂ ਦੇ ਪ੍ਰਪੋਜ਼ਲ ਦੇਣਾ ਵਾਰ-ਵਾਰ ਤੇ ਕਿਸਾਨ ਜਥੇਬੰਦੀਆਂ ਦਾ ਪ੍ਰਪੋਜ਼ਲ ਨੂੰ ਜਿਹੜਾ ਠੁਕਰਾਉਣਾ ਉਹ ਇਹ ਇੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਨੇ ਕਿ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਸਰਕਾਰ ਜਿਹੜੀ ਹੈ ਉਹ ਪਰ ਕਿਸਾਨ ਜਿਹੜੇ ਨੇ ਉਹ ਇਸ ਤੇ ਆ ਨਹੀਂ ਰਹੇ ਹੈਗੇ ਹਾਲਾਂਕਿ ਹੁਣ ਜਦੋਂ ਇਹ ਗੱਲ ਰਣਵੀਰ ਸਪਸ਼ਟ ਕਹਿ ਰਹੇ ਨਾ ਕਿ ਅਸੀਂ ਨਾ ਕੋਈ ਪ੍ਰਪੋਜ਼ਲ ਕਹਿ ਰਹੇ ਹਾਂ ਨਾ ਅਸੀਂ ਸੋਧ ਕਹਿ ਰਹੇ ਹਾਂ ਨਾ ਅਸੀਂ ਕੁਝ ਹੋਰ ਕਹਿ ਰਹੇ ਹਾਂ ਅਸੀਂ ਤਾਂ ਪਹਿਲੇ ਦਿਨ ਤੋਂ ਆਪਣਾ ਏਜੰਡਾ ਇਹ ਲੈ ਕੇ ਆਏ ਹਾਂ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਆ ਪ੍ਰਪੋਜ਼ਲਾਂ ਜਿੰਨੀਆਂ ਮਰਜ਼ੀ ਦਿਓ ਜੇ ਅਸੀਂ ਤਾਂ ਕਹਿੰਦੇ ਕਾਨੂੰਨ ਰੱਦ ਕਰਵਾਉਣੇ ਨੇ ਇਹਦੇ ਵਿੱਚ 2 ਗੱਲਾਂ ਨੇ ਮਨਦੀਪ ਕਿ ਜਦੋਂ ਵੀ ਜਿੰਨੀ ਵਾਰ ਵੀ ਜਥੇਬੰਦੀਆਂ ਦੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਪ੍ਰੋਟੈਸਟ ਹੁੰਦੇ ਨੇ ਤਾਂ ਨੈਗੋਸ਼ੀਏਸ਼ਨ ਹੁੰਦੀ ਹੈ 10 ਮੰਗਾਂ ਰੱਖ ਲਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ 5 ਮੰਗਾਂ ਮੰਨ ਲਈਆਂ ਜਾਂਦੀਆਂ ਨੇ 4 ਮੰਗਾਂ ਮੰਨ ਲਈਆਂ ਜਾਂਦੀਆਂ ਨੇ ਫਿਰ ਜਿਹੜੇ ਘੋਲ ਨੇ ਉਹ ਸਮਾਪਤ ਹੋ ਜਾਂਦੇ ਨੇ ਪਰ ਇਹ ਪਹਿਲਾ ਘੋਲ ਹੈ ਵੱਖਰੇ ਤਰ੍ਹਾਂ ਦਾ ਘੋਲ ਹੈ ਕਿਉਂਕਿ ਇਹ ਕਿਸੇ ਪਾਰਟੀ ਦਾ ਨਹੀਂ ਹੈਗਾ ਕਿਸੇ ਇੱਕ ਆਰਗੇਨਾਈਜੇਸ਼ਨ ਦਾ ਨਹੀਂ ਹੈਗਾ ਇੱਕ ਆਗੂ ਦਾ ਨਹੀਂ ਹੈਗਾ ਇਸ ਕਰਕੇ ਲੋਕਾਂ ਦਾ ਅੰਦੋਲਨ ਹੈ ਤੇ ਇਸ ਕਰਕੇ ਇਹਦੇ ਵਿੱਚ ਇੱਕੋ ਹੀ ਗੱਲ ਹੈ ਕਿ ਇੱਕੋ ਹੀ ਮੰਗ ਹੈ ਤੇ ਉਸੇ ਤੇ ਅੜੇ ਹੋਏ ਆ ਕਿਉਂਕਿ ਹਮੇਸ਼ਾ ਨੈਗੋਸ਼ੀਏਸ਼ਨ ਤੇ ਜਦੋਂ ਸਮਝੌਤੇ ਹੁੰਦੇ ਨੇ 2 ਧਿਰਾਂ ਦੇ ਉਹ ਹਮੇਸ਼ਾ ਨੈਗੋਸ਼ੀਏਸ਼ਨ ਤੇ ਹੀ ਹੁੰਦੇ ਨੇ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਚਾਹੇ ਕਿਸੇ ਵੀ ਥੱਲੇ ਤੁਸੀਂ ਪਿੰਡਾਂ ਦੀ ਪੰਚਾਇਤ ਤੋਂ ਲੈ ਕੇ ਸ਼ਹਿਰਾਂ ਦੀ ਗੱਲ ਜਿੱਥੇ ਵੀ ਕਿਤੇ ਸਮਝੌਤਾ ਹੁੰਦਾ ਤਾਂ 2 ਧਿਰਾਂ ਦਾ ਆਪਸ ਦੇ ਵਿੱਚ ਥੋੜਾ ਪਿੱਛੇ ਹਟ ਕੇ ਹੋਣਾ ਪੈਂਦਾ ਪਰ ਇੱਥੇ ਜਿਹੜੀ ਗੱਲ ਹੈਗੀ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਕਿ ਸਾਡੀ ਹੋਣ ਦੀ ਲੜਾਈ ਹੈ ਕਿਉਂਕਿ ਸਾਡੀ ਇੱਕੋ ਹੀ ਮੰਗ ਹੈ ਕਿਉਂਕਿ ਖੇਤੀ ਕਾਨੂੰਨ ਜਿਹੜੇ ਨੇ ਉਹ ਸਟੇਟ ਸਬਜੈਕਟ ਸੀਗਾ ਖੇਤੀ ਦਾ ਤੁਸੀਂ ਨਹੀਂ ਬਣਾ ਸਕਦੇ ਪਹਿਲੇ ਸੰਵਿਧਾਨਕ ਤੌਰ ਤੇ ਤੁਸੀਂ ਗਲਤ ਹੋ ਨਾਲੇ ਜੇ ਤੁਸੀਂ ਮੰਨਦੇ ਹੋ ਕਿ ਤੁਸੀਂ 1.5 ਸਾਲ ਵਾਸਤੇ ਰੋਕ ਲਾਉਣੀ ਹੈ ਤੁਸੀਂ 2 ਸਾਲ ਵਾਸਤੇ ਰੋਕ ਲਾਉਣੀ ਹੈ ਜਾਂ ਜੇ ਟਨਿਓਰ ਦੇ ਵਿੱਚ ਵੀ ਰੋਕ ਲਾਉਣੀ ਹੈ ਫਿਰ ਰੱਦੀ ਕਿਉਂ ਨਹੀਂ ਸਰਕਾਰ ਜਿਹੜੀ ਇਸ ਗੱਲ ਤੇ ਸੋਚਦੀ ਹੈ ਕਿ ਜੇ ਅਸੀਂ ਇਹ ਕਾਨੂੰਨ ਰੱਦ ਕਰ ਦਿੰਦੇ ਆ ਤਾਂ ਸਾਡੀ ਛਵੀ ਤੇ ਕੀ ਅਸਰ ਪੈਂਦਾ ਸਾਡੀ ਇਮੇਜ ਤੇ ਕੀ ਅਸਰ ਪੈਂਦਾ ਜਿਹੜੇ ਪ੍ਰਧਾਨ ਮੰਤਰੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹੈ ਤਾਂ ਮੁਮਕਿਨ ਹੈ ਉਹ ਪਿੱਛੇ ਨਹੀਂ ਹਟਦੇ ਕਿਸੇ ਵੀ ਫੈਸਲੇ ਤੇ ਦੇਸ਼ ਪਿੱਛੇ ਨਹੀਂ ਹਟੇਗਾ ਵਾਰ-ਵਾਰ ਪ੍ਰਧਾਨ ਮੰਤਰੀ ਕਹਿ ਰਹੇ ਨੇ ਜਿਹੜੇ ਬਾਕੀ ਮੰਤਰੀ ਨੇ ਉਹ ਕਹਿ ਰਹੇ ਨੇ ਤਾਂ ਇਸ ਢੰਗ ਦੇ ਨਾਲ ਸਰਕਾਰ ਰੱਦ ਕਰਨ ਤੋਂ ਬਚ ਰਹੀ ਹੈ ਹੋਰ ਰਾਹ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਦਾ ਲੋਕਾਂ ਦਾ ਜਿਹੜਾ ਪ੍ਰੈਸ਼ਰ ਹੈ ਕਿਸਾਨ ਜਥੇਬੰਦੀਆਂ ਤੇ ਉਹ ਇਹੀ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਇਸੇ ਕਰਕੇ ਗੱਲ ਜਿਹੜੀ ਹੈ ਉਹ ਕਿਸੇ ਤਣ ਪਤਨ ਨਹੀਂ ਲੱਗ ਰਹੀ ਹੈਗੀ ਅੱਛਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੀ ਖੇਤੀ ਨੂੰ ਪਿਆਰ ਕਰਦੇ ਨੇ ਉਹਨਾਂ ਦੀਆਂ ਨਿਗਾਹਾਂ ਅੱਜ ਦੀ ਮੀਟਿੰਗ ਦੇ ਉੱਪਰ ਹੈ ਰਣਵੀਰ ਕਿਉਂਕਿ 26 ਤਰੀਕ ਨੇੜੇ ਆ ਰਹੀ ਹੈ ਅੱਜ ਦੀ ਮੀਟਿੰਗ ਕੋਈ ਫੈਸਲਾ ਕੂਨ ਹੋ ਸਕਦੀ ਹੈ ਤਾਂ ਸਾਨੂੰ ਵੀ ਮੈਸੇਜ ਆ ਰਿਹਾ ਤੁਹਾਨੂੰ ਵੀ ਅਸੀਂ ਸਵੇਰੇ ਵੀ ਗੱਲ ਕਰਦੇ ਸੀ ਕਿ ਹੁਣ ਸਾਰਿਆਂ ਨੂੰ ਇਹੀ ਮੈਸੇਜ ਆ ਰਿਹਾ ਹੈ ਕਿ ਕਦੋਂ ਖਤਮ ਹੋਊਗਾ 26 ਤੋਂ ਪਹਿਲਾਂ ਖਤਮ ਹੋ ਜਾਊਗਾ ਮੈਂ ਉਹੀ ਸਵਾਲ ਤੁਹਾਨੂੰ ਕਰਦਾ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਕਿ 26 ਤੋਂ ਪਹਿਲਾਂ ਖਤਮ ਹੋ ਜਾਊਗਾ ਨਹੀਂ ਇਹ ਦੋਨੇ ਚੀਜ਼ਾਂ ਨੇ ਇਹਦੇ ਵਿੱਚ ਕਿ ਜਿਹੜਾ ਖੇਤੀ ਕਾਨੂੰਨ ਰੱਦ ਕਰਨ ਵਾਲੀ ਗੱਲ ਹੈ ਜੇ ਤਾਂ ਹਾਲੇ ਸਰਕਾਰ ਉਸ ਤੇ ਨਹੀਂ ਆ ਰਹੀ ਹੈਗੀ ਉਹ 26 ਤੱਕ ਵੀ ਨਹੀਂ ਆਊਗੀ ਤੇ ਉਹ ਲੰਬਾ ਚੱਲ ਸਕਦਾ ਘੋਲ ਹਾਂ ਜੇ ਵਿਚਲੇ ਰਾਹ ਤੇ ਕੋਈ ਗੱਲ ਆਉਂਦੀ ਹੈ ਤਾਂ ਵਿਚਲੇ ਰਾਹ ਤੇ ਕੋਈ ਗੱਲ ਉਹ 26 ਤੋਂ ਪਹਿਲਾਂ ਜ਼ਰੂਰ ਨਿਬੜ ਸਕਦੀ ਹੈ ਜੋ ਮੈਨੂੰ ਆਪਣੇ ਤਜਰਬੇ ਤੋਂ ਜਾਂ ਜੋ ਹੁਣ ਤੱਕ ਦੀਆਂ ਕਨਸੋਆਂ ਤੋਂ ਜਾਂ ਹੁਣ ਤੱਕ ਦੇ ਜਿਹੜੇ ਵਿਚਾਰ ਨੇ ਸਰਕਾਰ ਦੇ ਮੰਤਰੀਆਂ ਦੇ ਬਿਆਨ ਨੇ ਉਹ ਸਾਰੇ ਕਾਸੇ ਤੋਂ ਇਹੀ ਜਾਪਦਾ ਕਿ ਸਰਕਾਰ ਵਿਚਲਾ ਰਾਹ ਕੱਢ ਕੇ 26 ਤੋਂ ਪਹਿਲਾਂ ਹੱਲ ਕਰੂਗੀ ਜੇ ਰੱਦ ਕਰਨ ਵਾਲੀ ਗੱਲ ਤੋਂ ਹੀ ਹੈ ਤਾਂ ਫਿਰ ਉਹ ਲੰਬਾ ਹੀ ਜਾਊਗਾ ਹਾਲੇ ਉਹਦਾ ਹੱਲ ਇਸ ਢੰਗ ਨਾਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈਗਾ ਇੱਕ ਅਖੀਰ ਦੇ ਵਿੱਚ ਮੈਂ ਜਾਣਨਾ ਚਾਹੂੰ ਕਿਉਂਕਿ ਰੁਲਦੂ ਸਿੰਘ ਮਾਨਸਾ ਦੀ ਗੱਡੀ ਦਾ ਇੱਕ ਸ਼ੀਸ਼ਾ ਟੁੱਟਾ ਉਹ ਕਲੈਰੀਫਿਕੇਸ਼ਨ ਦੇ ਦਿਓ ਕਿਉਂਕਿ ਕਈਆਂ ਨੇ ਅਫਵਾਹ ਫੈਲਾਈ ਹੈ ਕਈ ਮੀਡੀਆ ਨੇ ਅਫਵਾਹ ਫੈਲਾਤੀ ਕਿ ਉਹਨਾਂ ਦੀ ਗੱਡੀ ਦੇ ਉੱਪਰ ਹਮਲਾ ਹੋ ਗਿਆ ਉਹ ਵਾਕਈ ਹਮਲਾ ਹੋਇਆ ਕਿ ਜਾਂ ਪੁਲਿਸ ਦੇ ਨਾਲ ਕੋਈ ਗੱਲ ਹੋਈ ਆ ਅਸਲ ਕੀ ਤਸਵੀਰ ਆ ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਉਹ ਅਸੀਂ ਵੀਡੀਓ ਜਿਹੜੀ ਆ ਚਲਾ ਵੀ ਰਹੇ ਹਾਂ ਸਾਡੇ ਚੈਨਲ ਤੇ ਉਹ ਚੱਲ ਵੀ ਰਹੀ ਹੈ ਉਹ ਵੀਡੀਓ ਦੇ ਵਿੱਚ ਹੁੰਦਾ ਕੀ ਹੈ
ਕਿ ਰੁਲਦੂ ਸਿੰਘ ਮਾਨਸਾ ਆ ਰਹੇ ਨੇ ਤਾਂ ਜਿਹੜੀ ਦਿੱਲੀ ਪੁਲਿਸ ਆ ਉਹਨਾਂ ਨੂੰ ਰੋਕ ਲੈਂਦੀ ਆ, ਬੈਰੀਗੇਡ ਲੱਗੇ ਹੁੰਦੇ ਨੇ ਤਾਂ ਉਹ ਦੱਸਦੇ ਨੇ ਕਿ ਮੈਂ ਕਿਸਾਨ ਆਗੂ ਆ, ਮੈਂ ਮੀਟਿੰਗ ਦੇ ਵਿੱਚ ਜਾਣਾ ਹੈ। ਤਾਂ ਉਸ ਦੌਰਾਨ ਤਕਰਾਰ ਹੋ ਜਾਂਦਾ ਹੈ, ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਹੁੰਦੇ ਨੇ ਉਹ ਉਹਨਾਂ ਨੂੰ ਜਾਣ ਨਹੀਂ ਦਿੰਦੇ ਹੈਗੇ ਅੱਗੇ। ਤਾਂ ਉਸ ਵੇਲੇ ਜਿਹੜੀ ਉਸ ਤਕਰਾਰ ਦੇ ਦੌਰਾਨ, ਧੱਕਾ ਮੁੱਕੀ ਦੇ ਦੌਰਾਨ ਜਿਹੜੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਫੁੱਟ ਜਾਂਦਾ। ਕੋਈ ਅਟੈਕ ਨਹੀਂ ਹੈਗਾ, ਠੀਕ ਹੈ, ਤਕਰਾਰ ਜ਼ਰੂਰ ਹੋਈ ਹੈ। ਰੁਲਦੂ ਸਿੰਘ ਮਾਨਸਾ ਬਿਲਕੁਲ ਸਹੀ ਸਲਾਮਤ ਨੇ ਤੇ ਉਹ ਆਏ ਨੇ ਅੰਦਰ, ਮੀਟਿੰਗ ਅਟੈਂਡ ਕਰ ਰਹੇ ਨੇ। ਗੱਡੀ ਦਾ ਬੈਕ ਸਾਈਡ ਦਾ ਜਿਹੜਾ ਸ਼ੀਸ਼ਾ ਹੈ ਉਹ ਜ਼ਰੂਰ ਫੁੱਟਿਆ ਹੈ। ਪਰ ਇਸ ਦੌਰਾਨ ਥੋੜਾ ਜਿਹਾ, ਕਿਉਂਕਿ ਜਦੋਂ ਪੁਲਿਸ ਜਿਹੜੀ ਹੈ ਉਹ ਆਪਣੀ ਡਿਊਟੀ ਕਰ ਰਹੀ ਸੀਗੀ, ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੀ ਜਿਹੜੀ ਕਿਉਂਕਿ ਆਰਡਰਸ ਹੁੰਦੇ ਨੇ ਕਿ ਕਿਸੇ ਨੂੰ ਇਸ ਥਾਂ ਤੋਂ ਅੱਗੇ ਨਹੀਂ ਲੰਘਣ ਦੇਣਾ ਹੈਗਾ, ਤਾਂ ਉਹ ਕਿਉਂਕਿ ਹੁਣ ਜਿਹੜੀਆਂ ਬੱਸਾਂ ਨੇ ਉਹਨਾਂ ਕੋਲ ਤਾਂ ਸਪੈਸ਼ਲ ਪਾਸਿਸ ਨੇ ਜਿਨ੍ਹਾਂ ਵਿੱਚ ਸਾਰੇ ਆਗੂ ਆਉਂਦੇ ਨੇ। ਜਿਹੜੀਆਂ ਆਪੋ ਆਪਣੀਆਂ ਪਰਸਨਲ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਕਈ ਵਾਰ ਨੰਬਰ ਜਿਹੜੇ ਨੇ ਉਹ ਪੁਲਿਸ ਕੋਲ ਨਹੀਂ ਪਹੁੰਚੇ ਹੁੰਦੇ ਹੈਗੇ। ਤਾਂ ਇਸ ਢੰਗ ਦੇ ਨਾਲ ਜਦੋਂ ਅਸੀਂ ਮੀਡੀਆ ਵਾਲੇ ਵੀ ਆਉਂਦੇ, ਸਾਨੂੰ ਵੀ ਕਈ ਵਾਰ ਪਿੱਛੇ ਰੋਕ ਲਿਆ ਜਾਂਦਾ, ਕਿਉਂਕਿ ਉਹ ਪੁਲਿਸ ਦੀ ਜੋ ਡਿਊਟੀ ਹੁੰਦੀ ਹੈ ਉਸ ਨੂੰ ਨਿਭਾਉਂਦੇ ਨੇ। ਪਰ ਉਸ ਦੌਰਾਨ ਕਿਉਂਕਿ ਰੁਲਦੂ ਸਿੰਘ ਮਾਨਸਾ ਨੂੰ ਲੱਗਿਆ ਕਿ ਮੈਨੂੰ ਕਿਉਂ ਰੋਕਿਆ ਗਿਆ, ਤਾਂ ਉਹ ਤਲਖੀ ਹੋ ਗਈ, ਤਲਖੀ ਦੇ ਵਿੱਚ ਜਿਹੜਾ ਸਾਰਾ ਕੁਝ ਹੋ ਗਿਆ। ਉਹਦਾ ਸਭ ਕੁਝ ਠੀਕ ਹੈ, ਕੋਈ ਅਫਵਾਹ ਵਾਲੀ ਗੱਲ ਕੋਈ ਨਹੀਂ ਹੈ। ਤਾਂ ਧੰਨਵਾਦ ਰਣਬੀਰ, ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਕਿਸਾਨਾਂ ਦਾ ਇਸ ਦੇ ਉੱਪਰ ਕੀ ਰੁਖ ਰਹਿੰਦਾ ਹੈ, ਪਲ ਪਲ ਦੀ ਖਬਰ ਤੁਹਾਨੂੰ ਦਿੰਦੇ ਰਹਾਂਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਦਿੱਲੀ।